ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ ਸ਼ੇਅਰ ਸਟੱਡੀ ਬਿਕਮਸ ਈਜ਼ੀਅਰ। ਜਿਵੇਂ ਤੁਸੀਂ ਦੇਖ ਸਕਦੇ ਹੋ ਜੀ 3704 ਮਾਸਟਰ ਕੈਡਰ ਤੇ 2364 ਈਟੀਟੀ ਪੋਸਟਾਂ ਦੀ ਜਿਹੜੀ ਪ੍ਰੋਸੈਸ ਹੈ ਉਹ ਚੱਲ ਰਿਹਾ ਹੈਗਾ ਔਰ 3704 ਦੀ ਤਾਂ ਕਾਫੀ ਸਾਰੀ ਲਿਸਟ ਆ ਚੁੱਕੀਆਂ ਔਰ ਬਹੁਤ ਸਾਰੇ ਹੀ ਕੈਂਡੀਡੇਟਸ ਹੁਣ ਤੱਕ ਦੀ ਜਿੰਨੀ ਸਿਲੈਕਸ਼ਨ ਲਿਸਟ ਆਈਆਂ ਉਹਨਾਂ ਸਾਰਿਆਂ ਨੂੰ ਅਪਾਇੰਟਮੈਂਟ ਲੈਟਰ ਵੀ ਜਿਹੜੇ ਆ ਪ੍ਰੋਵਾਈਡ ਕਰਵਾ ਦਿੱਤੇ ਗਏ ਆ ਤੇ ਸਟੇਸ਼ਨ ਅਲੋਟਮੈਂਟ ਦਾ ਜਿਹੜਾ ਪ੍ਰੋਸੈਸ ਹੈ ਉਹ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਤਾਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੀ ਇਨਫੋਰਮੇਸ਼ਨ ਲੈ ਕੇ ਆਏ ਹਾਂ ਜੀ ਪੇ ਸਟਰਕਚਰ ਦੇ ਬਾਰੇ ਕਿ ਪੇ ਸਟਰਕਚਰ ਕਿਸ ਤਰ੍ਹਾਂ ਹੁੰਦੀ ਹੈ, ਕੀ ਕੁਝ ਪੇ ਸਟਰਕਚਰ ਦੇ ਵਿੱਚ ਰਹਿੰਦਾ, ਕਿਹੜੀ ਚੀਜ਼ਾਂ ਔਰ ਕਿਹੜੇ ਅਲਾਊਂਸਿਸ ਜਿਹੜੇ ਆ ਉਹਦੇ ਵਿੱਚ ਇਨਕਲੂਡ ਹੁੰਦੇ ਆ। आई होप ਤੁਹਾਡੀ ਵੀਡੀਓ ਜਿਹੜੀ ਯੂਜ਼ਫੁਲ ਰਹੇਗੀ। ਤੇ ਵੀਡੀਓ 2364 ਲਈ ਤੇ 3704 ਲਈ ਲਾਈਕ ਗਵਰਨਮੈਂਟ ਜਿਹੜੇ ਇੰਪਲਾਈਜ਼ ਉਹਨਾਂ ਸਾਰਿਆਂ ਲਈ, ਟੀਚਰਸ ਗਵਰਨਮੈਂਟ ਇੰਪਲਾਈ ਆ ਜਿਹੜੇ ਉਹਨਾਂ ਸਾਰਿਆਂ ਲਈ ਹੈਲਪਫੁਲ ਰਹਿਣ ਵਾਲੀ ਹੈ। ਤਾਂ ਦੇਖਦੇ ਸ਼ੁਰੂ ਕਰਦੇ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ। ਤੁਸੀਂ ਫੇਸਬੁੱਕ ਔਰ ਟੈਲੀਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਹਾਂਜੀ, ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰ ਲਈਏ ਜੀ ਪੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦੀ ਹੈ ਬੇਸਿਕ ਪੇ, ਜਿਹੜੀ ਤੁਹਾਡੇ ਅਪਾਇੰਟਮੈਂਟ ਲੈਟਰ ਦੇ ਉੱਪਰ ਵੀ ਲਿਖੀ ਹੁੰਦੀ ਆ। ਬੇਸਿਕ ਪੇ ਜਿਹੜੀ ਤੁਹਾਨੂੰ ਮਿਲਦੀ ਹੈ, ਜਿਵੇਂ ਅਗਰ ਆਪਾਂ 3704 ਦੀ ਗੱਲ ਕਰ ਲਈਏ ਤਾਂ 35,400 ਉਹਨਾਂ ਦੀ ਬੇਸਿਕ ਪੇ ਹੈਗੀ ਆ ਔਰ ਅਗਰ ਆਪਾਂ ਈਟੀਟੀ ਦੀ ਗੱਲ ਕਰ ਲਈਏ ਤਾਂ 29,200 ਜਿਹੜੀ ਉਹਨਾਂ ਦੀ ਬੇਸਿਕ ਪੇ ਹੈਗੀ ਆ। ਤੇ ਇਹ ਹੈਗੀ ਬੇਸਿਕ ਪੇ ਜਿਹੜੀ ਤੁਹਾਨੂੰ ਮਿਲਦੀ ਆ। ਬੇਸਿਕ ਪੇ ਤੋਂ ਇਲਾਵਾ ਜਿਹੜੀ ਹੈ ਇਸ ਤੋਂ ਬਾਅਦ ਤੁਹਾਨੂੰ ਅਲਾਉੈਂਸ ਦੇ ਵਿੱਚ ਮਿਲਦਾ ਜੀ, ਮਤਲਬ ਇਹ ਜਿਹੜੀ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ ਉਹ ਅਲਾਉੈਂਸਿਸ ਜਾਂ ਸਟਰਕਚਰ ਜਿਹੜਾ ਹੈਗਾ ਜਿਹੜਾ ਹੁਣ ਤੱਕ ਗਵਰਨਮੈਂਟ ਇੰਪਲਾਈਜ਼ ਨੂੰ ਮਿਲ ਰਿਹਾ ਹੈਗਾ, ਜਿਸ ਅਕੋਰਡਿੰਗ ਜੋ ਸਟਰਕਚਰ ਹੈਗਾ ਪੇ ਸਟਰਕਚਰ ਦਾ। ਹਾਂ, ਆਉਣ ਵਾਲੇ ਟਾਈਮ ਦੇ ਵਿੱਚ ਕੋਈ ਚੇਂਜ ਆ ਜਾਂਦੀ ਹੈ, ਕੋਈ ਇੱਕ ਚੀਜ਼ ਘਟਾ ਜਾਂ ਵਧਾ ਦਿੱਤੀ ਜਾਂਦੀ ਹੈ ਤਾਂ ਉਹ ਫਿਰ ਜਿਵੇਂ ਵੀ ਚੇਂਜ ਆਏਗੀ ਉਸ ਅਕੋਰਡਿੰਗ ਤੁਹਾਨੂੰ ਆਪਾਂ ਅਪਡੇਟ ਕਰ ਦਾਂਗੇ। ਇਹ ਜਿਹੜਾ ਸਟਰਕਚਰ ਹੈ ਹੁਣ ਦੇ ਅਕੋਰਡਿੰਗ ਹੈਗਾ ਜੀ, ਹੁਣ ਤੱਕ ਜਿਵੇਂ ਚੀਜ਼ਾਂ ਜਿਹੜੇ ਅਲਾਉੈਂਸਿਸ ਜਿਸ ਅਕੋਰਡਿੰਗ ਮਿਲਦੇ ਨੇ ਉਸ ਤਰ੍ਹਾਂ ਆਪਾਂ ਇਹਦੇ ਵਿੱਚ ਗੱਲ ਕਰ ਰਹੇ ਹਾਂ। ਤੇ ਸਭ ਤੋਂ ਪਹਿਲਾਂ ਹੈਗਾ ਜੀ ਕਾਮਨ ਅਲਾਉੈਂਸਿਸ ਵਿੱਚ ਗੱਲ ਕਰ ਰਹੇ ਹਾਂ ਆਪਾਂ। ਕਾਮਨ ਅਲਾਉੈਂਸ ਹੈ ਜਿਹੜੇ ਮਿਲਦੇ ਆ ਰਹੇ ਨੇ ਤੇ ਆਈ ਹੋਪ ਅੱਗੇ ਵੀ ਜਿਹੜੇ ਆ ਜ਼ਰੂਰ ਮਿਲਣਗੇ। ਸਭ ਤੋਂ ਪਹਿਲਾਂ ਆਪਣੇ ਕੋਲ ਆ ਜਾਂਦਾ ਜੀ ਡੀਏ ਦਾ ਮਤਲਬ ਹੁੰਦਾ ਜੀ ਡੀਅਰੈਂਸ ਅਲਾਊਂਸ, ਜਾਂ ਜਿਹਨੂੰ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਜੀ ਮਹਿੰਗਾਈ ਭੱਤਾ। ਇਹਦੀ ਪਰਸੈਂਟੇਜ ਜਿਹੜੀ ਹੈਗੀ ਉਹ ਜੀ ਉਹ ਹੁੰਦੀ ਹੈ 150 ਤੋਂ ਲੈ ਕੇ 155% ਤੱਕ ਹੁੰਦੀ ਹੈ, ਮਤਲਬ ਵੇਰੀ ਕਰ ਸਕਦੀ ਹੈ 150 ਤੋਂ 155% ਤੱਕ। ਕਿਹਦਾ 150%? ਇਹ ਬੇਸਿਕ ਪੇ ਦਾ, ਜਿੰਨੀ ਤੁਹਾਡੀ ਬੇਸਿਕ ਪੇ ਹੁੰਦੀ ਆ ਉਹਦਾ ਇੰਨਾ ਪਰਸੈਂਟੇਜ ਜਿਹੜਾ ਤੁਹਾਨੂੰ ਐਜ਼ ਅ ਡੀਅਰੈਂਸ ਅਲਾਊਂਸ ਮਿਲਦਾ। ਤਾਂ ਇੱਥੇ ਤੁਹਾਨੂੰ ਡੀਅਰੈਂਸ ਅਲਾਊਂਸ ਕਲੀਅਰ ਹੋ ਗਿਆ ਹੋਗਾ। ਮਹਿੰਗਾਈ ਭੱਤਾ ਹੁੰਦਾ ਜਿਵੇਂ ਜਿਵੇਂ ਮਹਿੰਗਾਈ ਜਿਹੜੀ ਹੈ ਵੱਧਦੀ ਹੈ ਇਹ ਭੱਤਾ ਵੀ ਜਿਹੜਾ ਤੁਹਾਨੂੰ ਉਸਦੇ ਅਕੋਰਡਿੰਗ ਹੁੰਦਾ ਵੀ ਤੁਹਾਡਾ ਜਿਹੜਾ ਟੀਚਰਸ ਦਾ ਜਿਹੜਾ ਪੇ ਹੈਗੇ ਆ, ਕਿਉਂਕਿ ਪੇ ਜਿਹੜੀ ਹੁੰਦੀ ਉਹ ਫਿਕਸ ਰਹਿੰਦੀ ਹੈ ਬੇਸਿਕ ਪੇ। ਲੇਕਿਨ ਡੀਅਰੈਂਸ ਅਲਾਊਂਸ ਮਹਿੰਗਾਈ ਭੱਤਾ ਦੇ ਕੇ ਉਹ ਜਿਹੜੀ ਪੇ ਹੈਗੀ ਉਹਨਾਂ ਨੂੰ ਮਹਿੰਗਾਈ ਜਿਵੇਂ ਇਨਕਰੀਜ਼ ਹੋਈ ਜਾਂਦੀ ਹੈ ਉਸ ਅਕੋਰਡਿੰਗ ਉਹਨਾਂ ਦਾ ਜਿਹੜਾ ਪੇ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਮਤਲਬ ਮਹਿੰਗਾਈ ਦੇ ਵਿੱਚ ਐਡਜਸਟ ਕਰਨ ਲਈ ਉਹਨਾਂ ਨੂੰ ਇਹ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਡੀਅਰੈਂਸ ਅਲਾਊਂਸ ਹੋ ਗਿਆ ਜੀ। ਉਸ ਤੋਂ ਬਾਅਦ ਹੁੰਦਾ ਜੀ HRA ਅਲਾਊਂਸ। HRA ਅਲਾਊਂਸ ਕਿਹੜਾ ਹੁੰਦਾ? ਇਹ ਹੁੰਦਾ ਜੀ ਹਾਊਸ ਰੈਂਟ ਅਲਾਊਂਸ। ਹਾਊਸ ਰੈਂਟ ਅਲਾਊਂਸ ਕਿੰਨਾ ਮਿਲਦਾ? ਇਹ ਮਿਲਦਾ ਜੀ 10% ਅਪਰੋਕਸੀਮੇਟਲੀ। ਮਤਲਬ ਕਿਹਦਾ 10% ਮਿਲਦਾ? ਇਹ ਮਿਲਦਾ ਜੀ ਬੇਸਿਕ ਪੇ ਦਾ ਪਲੱਸ ਗ੍ਰੇਡ ਦਾ। ਗ੍ਰੇਡ ਕੀ ਹੁੰਦਾ ਮੈਂ ਤੁਹਾਨੂੰ ਦੱਸ ਦੇਵਾਂ, ਗ੍ਰੇਡ ਵੀ ਤੁਹਾਡੇ ਪੇ ਦੇ ਸਟਰਕਚਰ ਦੇ ਵਿੱਚ ਹੀ ਇਨਕਲੂਡ ਹੁੰਦਾ, ਇਹ ਵੀ ਪਲੱਸ ਹੋਏਗਾ। ਗ੍ਰੇਡ ਹੁੰਦਾ ਜੀ ਹਰ ਇੱਕ ਕੈਡਰ ਦਾ ਆਪਣਾ ਇੱਕ ਗ੍ਰੇਡ ਹੁੰਦਾ, ਜਿਹਦੇ ਨਾਲ ਜਿਵੇਂ ਅਗਰ ਆਪਾਂ ਇਹਦੀ ਈਟੀਟੀ ਦੀ ਗੱਲ ਕਰ ਲਈਏ ਤਾਂ ਇਹਦੇ ਵਿੱਚ 4200 ਜਿਹੜਾ ਗ੍ਰੇਡ ਰਹੇਗਾ ਬੇਸਿਕ ਪਲੱਸ ਗ੍ਰੇਡ 4200। ਤਾਂ ਗ੍ਰੇਡ ਜਿਹੜਾ ਹੁੰਦਾ ਵੀ ਗ੍ਰੇਡ ਪੇ ਹੁੰਦੀ ਹੈ ਵੀ ਤੁਹਾਡੇ ਇੰਨੇ ਨਾਲ ਤੁਹਾਡੀ ਜਿਹੜੀ ਤਨਖਾਹ ਹੁੰਦੀ ਆ ਉਹ ਇਨਕਰੀਜ਼ ਹੁੰਦੀ ਆ। ਤਾਂ ਗ੍ਰੇਡ ਪੇ ਹੁੰਦੀ ਹੈ ਇੱਕ, ਬੇਸਿਕ ਪੇ ਹੁੰਦੀ ਹੈ। ਤਾਂ ਗ੍ਰੇਡ ਔਰ ਬੇਸਿਕ ਪੇ ਦੋਨਾਂ ਦਾ ਪਲੱਸ ਕਰਕੇ ਉਹਦਾ 10% ਜਿਹੜਾ ਹੈ ਉਹ ਤੁਹਾਨੂੰ ਐਜ਼ ਅ HRA ਹਾਊਸ ਰੈਂਟ ਅਲਾਊਂਸ ਮਿਲਦਾ। ਅਪਰੋਕਸ 10% ਹੈ ਹੁਣ ਤੱਕ ਦਾ। ਤੇ ਉਸ ਤੋਂ ਬਾਅਦ ਹੈਗਾ ਜੀ RA ਅਲਾਊਂਸ। RA ਅਲਾਊਂਸ ਕਿਹੜਾ ਹੁੰਦਾ? RA ਹੁੰਦਾ ਜੀ ਰੂਰਲ ਅਲਾਊਂਸ। ਲਾਈਕ ਜੋ ਪਿੰਡਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਜਿਹੜੀ ਅਪੁਆਇੰਟਮੈਂਟ ਉਹਨਾਂ ਦੀ ਪਿੰਡਾਂ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਹੁੰਦੀ ਹੈ ਤਾਂ ਉਹਨਾਂ ਨੂੰ ਉਹਦਾ ਅਲੱਗ ਤੋਂ ਇੱਕ ਬੈਨੀਫਿਟ ਮਿਲਦਾ ਹੈਗਾ। ਤਾਂ ਉਹਨਾਂ ਨੂੰ 10% ਜਿਹੜਾ ਅਪਰੋਕਸ ਜਿਹੜਾ ਬੇਸਿਕ ਪੇ ਦਾ 10% ਜਿਹੜਾ ਉਹਨਾਂ ਨੂੰ ਅਲਾਊਂਸ ਮਿਲਦਾ ਰੂਰਲ ਅਲਾਊਂਸ। ਇਹ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿਉਂਕਿ ਤੁਹਾਡੀ ਭਰਤੀ ਜਿਹੜੀ ਹੈ ਬੋਰਡਰ ਏਰੀਆ ਦੇ ਵਿੱਚ ਹੋ ਰਹੀ ਹੈ ਜੀ। ਬੋਰਡਰ ਏਰੀਆ ਦੇ ਵਿੱਚ ਤੁਸੀਂ ਜਾਓਗੇ ਤਾਂ ਉਹਦਾ ਵੀ ਇੱਕ ਅਲੱਗ ਬੈਨੀਫਿਟ ਹੁੰਦਾ ਕਿ ਬੋਰਡਰ ਏਰੀਆ ਦਾ ਵੀ ਅਲੱਗ ਤੋਂ ਇੱਕ ਅਲਾਊਂਸ ਜਿਹੜਾ ਤੁਹਾਨੂੰ ਮਿਲਦਾ। ਤਾਂ ਉਹ ਵੀ ਇੱਕ ਅਲਾਊਂਸ ਹੈਗਾ, ਉਹ ਸਭ ਲਈ ਕਾਮਨ ਨਹੀਂ ਹੈ ਇਸ ਲਈ ਮੈंने ਇੱਥੇ ਲਿਖਿਆ ਨਹੀਂ ਹੈ, ਬਟ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਬੋਰਡਰ ਏਰੀਆ ਅਲਾਊਂਸ ਜਿਹੜਾ ਉਹਨਾਂ ਲਈ ਹੁੰਦਾ ਜਿਹੜਾ ਬੋਰਡਰ ਏਰੀਆ ਦੇ ਵਿੱਚ ਜਾ ਕੇ ਕੰਮ ਕਰਦੇ ਨੇ, ਕਿ ਡਿਸਐਡਵਾਂਟੇਜ ਏਰੀਆ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਵੀ ਇੱਕ ਉੱਥੇ ਬੈਨੀਫਿਟ ਦਿੱਤਾ ਜਾਂਦਾ ਪੇ ਦੇ ਵਿੱਚ ਕਿ ਉਹਨਾਂ ਨੂੰ ਉਹ ਅਲਾਊਂਸ ਵੀ ਮਿਲਦਾ। ਤਾਂ ਇਹ ਵੀ ਤੁਹਾਨੂੰ ਇੱਕ ਬੈਨੀਫਿਟ ਹੋਣ ਵਾਲਾ ਇਸ ਦੇ ਵਿੱਚ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਆਪਣੀ ਇੰਟੈਰਿਮ ਰਿਲੀਫ ਦੀ। ਇੰਟੈਰਿਮ ਰਿਲੀਫ ਜੀ ਉਹ ਹੁੰਦਾ ਵੀ ਮਤਲਬ ਜਦੋਂ ਕੋਈ ਪੇ ਕਮਿਸ਼ਨ ਜਿਹੜਾ ਹੁੰਦਾ ਉਹ ਰਿਵਾਈਜ਼ ਨਾ ਹੋਇਆ ਹੋਵੇ ਜਾਂ ਉਹਦੇ ਪੇ ਮੈਟ੍ਰਿਕਸਿਸ ਨਾ ਆਏ ਹੋਣ ਤਾਂ ਇੰਟੈਰਿਮ ਰਿਲੀਫ ਦਿੱਤਾ ਜਾਂਦਾ। ਇਹ ਕਰੀਬਨ 10% ਦੇ ਕਰੀਬ ਇਸ ਟਾਈਮ ਦਿੱਤਾ ਜਾ ਰਿਹਾ ਹੈਗਾ। ਲੇਕਿਨ ਆਪਾਂ ਨੂੰ ਪਤਾ ਵੀ ਪੇ ਕਮਿਸ਼ਨ ਜਿਹੜੀ ਹੁਣੇ ਰਿਵਾਈਜ਼ ਹੋਈ ਹੈ। 6th ਪੇ ਕਮਿਸ਼ਨ, ਨਵਾਂ ਪੇ ਕਮਿਸ਼ਨ ਲਾਗੂ ਹੋਏਗਾ। ਜੋ ਭਰਤੀ ਹੁਣ ਤੱਕ ਨਿਕਲ ਚੁੱਕੀ ਸੀ ਉਹਨਾਂ 'ਤੇ ਤਾਂ 7th ਪੇ ਕਮਿਸ਼ਨ ਹੀ ਲਾਗੂ ਹੋਏਗਾ। ਆਉਣ ਵਾਲੀਆਂ ਭਰਤੀਆਂ 'ਤੇ ਜਿਹੜਾ ਉਹ 6th ਹੋਏਗਾ। ਉਸ ਤੋਂ ਬਾਅਦ ਮੈਡੀਕਲ ਦੀ ਅਗਰ ਆਪਾਂ ਗੱਲ ਕਰ ਲਈਏ, ਮੈਡੀਕਲ ਦਾ ਵੀ ਤੁਹਾਨੂੰ ਜਿਹੜਾ ਹੈ ਉਹ ਮਿਲਦਾ ਜੀ ਭੱਤਾ। ਤਾਂ ਮੈਡੀਕਲ ਦਾ 500 ਰੁਪਏ ਪਰ ਮੰਥ ਦੇ ਅਕੋਰਡਿੰਗ ਇਸ ਟਾਈਮ ਮਿਲ ਰਿਹਾ ਹੈਗਾ ਮੈਡੀਕਲ ਦਾ। ਤੇ ਮੋਬਾਈਲ ਪੱਤੀ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ 250 ਰੁਪਏ ਪਰ ਮੰਥ ਦੇ ਹਿਸਾਬ ਨਾਲ ਇਸ ਟਾਈਮ ਮਿਲ ਰਿਹਾ ਜੀ। ਕਾਮਨ ਅਲਾਊਂਸਿਸ ਪੇ ਸਟਰਕਚਰ ਬੇਸਿਕ ਪੇ ਹੁੰਦੀ ਹੈ, DA HRA ਰੂਰਲ ਅਲਾਊਂਸ ਹੁੰਦਾ, ਬਾਰਡਰ ਏਰੀਆ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਬਾਰਡਰ ਅਲਾਊਂਸ ਵੀ ਮਿਲਦਾ।
ਜੇ ਪੇ ਕਮਿਸ਼ਨ ਜਿਹੜਾ ਰਿਵਾਈਜ਼ ਨਾ ਹੋਇਆ ਹੋਵੇ ਤਾਂ ਇੰਟਰਮ ਰਿਲੀਫ ਵੀ ਦਿੱਤਾ ਜਾ ਰਿਹਾ, ਮੈਡੀਕਲ ਅਲਾਉੈਂਸ ਹੁੰਦਾ, ਮੋਬਾਈਲ ਭੱਤਾ ਮਿਲਦਾ। ਅਤੇ ਇਹ ਜਿਹੜੀ ਆਪਾਂ ਗੱਲ ਕੀਤੀ ਹੈ, ਜਿਹੜਾ ਸਟਰਕਚਰ ਦੀ ਆਪਾਂ ਗੱਲ ਕੀਤੀ ਹੈ ਜੀ, ਮਤਲਬ ਜੋ ਵੀ ਪਰਸੈਂਟੇਜ ਦੀ ਗੱਲ ਕੀਤੀ ਆਪਾਂ ETT ਦੇ ਅਕੋਰਡਿੰਗ ਗੱਲ ਕੀਤੀ, ETT ਕਾਡਰ ਦੀ। ਇਸ ਤਰ੍ਹਾਂ ਜਿੰਨੇ ਵੀ ਅਲਾਊਂਸਿਸ ਹੁੰਦੇ ਆ ਜਾਂ ਬੇਸਿਕ ਪੇ ਹੁੰਦੀ ਹੈ ਜਾਂ ਗ੍ਰੇਡ ਪੇ ਹੁੰਦੀ ਹੈ ਸਪੈਸ਼ਲੀ, ਤਾਂ ਸਾਰੀਆਂ ਜਿਹੜੀ ਚੀਜ਼ਾਂ ਨੇ ਮਤਲਬ ਕਾਡਰ ਦੇ ਅਕੋਰਡਿੰਗ ਮਿਲਦੀਆਂ ਨੇ। ਜੋ ਆਪਾਂ ਲਿਖਿਆ ਇਹ ETT ਕਾਡਰ ਦੀਆਂ ਨੇ, ਅਤੇ ਇਸ ਤਰ੍ਹਾਂ ਜੋ ਵੀ ਤੁਹਾਡਾ ਕਾਡਰ ਹੋਊਗਾ ਉਸ ਅਕੋਰਡਿੰਗ ਜਿਹੜੇ ਤੁਹਾਡੀ ਬੇਸਿਕ ਪੇ ਔਰ ਅਲਾਊਂਸਿਸ ਤੁਹਾਨੂੰ ਕਾਡਰ ਦੇ ਅਕੋਰਡਿੰਗ ਦਿੱਤੀਆਂ ਜਾਂਦੀਆਂ ਨੇ। ਅਤੇ ਇਹ ਸੀਗੀ ਜੀ ਇਨਫੋਰਮੇਸ਼ਨ। ਅਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਆਪਣੀ ਜਿਹੜੀ ਹੈ ਅਟੈਂਡੈਂਸ ਰਿਪੋਰਟ ਬਾਰੇ, ਕਿਉਂਕਿ 3704 ਦੀ ਜਿਹੜੀ ਸਟੇਸ਼ਨ ਅਲੋਟਮੈਂਟ ਜਲਦੀ ਹੋਣ ਵਾਲੀ ਹੈ। ਉਸ ਤੋਂ ਬਾਅਦ 2364 ਦੀ ਵੀ ਹੋਏਗੀ। ਜਦੋਂ ਹੀ ਤੁਸੀਂ ਤੁਹਾਡੇ ਉਹਨੂੰ ਸਟੇਸ਼ਨ ਮਿਲਦਾ ਅਤੇ ਤੁਹਾਨੂੰ ਜਾ ਕੇ ਜੁਆਇਨ ਕਰਨਾ ਹੁੰਦਾ, ਤਾਂ ਇੱਕ ਜੁਆਇਨਿੰਗ ਲੈਟਰ ਜਿਹੜਾ ਤੁਹਾਨੂੰ ਯਾਨੀ ਕਿ ਹਾਜ਼ਰੀ ਰਿਪੋਰਟ ਜਿਹਨੂੰ ਜਾਂ ਅਟੈਂਡੈਂਸ ਰਿਪੋਰਟ ਕਹਿ ਦਿੰਦੇ ਹਾਂ, ਉਹ ਤੁਹਾਨੂੰ ਉੱਥੇ ਦੇਣੀ ਹੁੰਦੀ ਹੈ। ਤਾਂ ਉਹਦਾ ਜਿਹੜਾ ਇੱਕ ਸਟਰਕਚਰ ਹੈਗਾ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਹਾਂ, ਹੈਗਾ ਉਹ ਸਟਰਕਚਰ ਜੀ ਉਹਦਾ, ਜਿਹੜੀ ਹਾਜ਼ਰੀ ਰਿਪੋਰਟ ਤੁਹਾਨੂੰ ਲਿਖਣੀ ਹੁੰਦੀ ਹੈ। ਅਤੇ ਇਸ ਦੇ ਵਿੱਚ ਦੇਖੋ ਆਹ ਸਾਰਾ ਸਟਰਕਚਰ ਹੈਗਾ ਜੀ ਇਸਦਾ। ਅਤੇ ਇਹ ਜਿਹੜੀ ਹਾਜ਼ਰੀ ਰਿਪੋਰਟ ਹੈਗੀ ਜੀ, ਇਹਦਾ ਤੁਸੀਂ ਲਿੰਕ ਜਿਹੜਾ ਹੈ ਤੁਸੀਂ ਟੈਲੀਗ੍ਰਾਮ ਚੈਨਲ ਤੋਂ ਲੈ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ, ਉਸਨੂੰ ਜੁਆਇਨ ਕਰੋ। ਅਤੇ ਉੱਥੇ ਪੂਰੀ ਲੈਟਰ ਦੀ ਜਿਹੜੀ PDF ਹੈਗੀ ਆਪਾਂ ਅਪਲੋਡ ਕਰ ਦਿੱਤੀ ਹੈ, ਅਤੇ ਤੁਸੀਂ ਉੱਥੋਂ ਲੈ ਸਕਦੇ ਹੋ। ਉਹਦਾ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ। ਪ੍ਰਿੰਟ ਆਊਟ ਨਿਕਲਵਾ ਕੇ ਤੁਸੀਂ ਉਹਦੀ ਕਈ ਫੋਟੋ ਸਟੇਟ ਲੈ ਸਕਦੇ ਹੋ, ਕਿਉਂਕਿ ਤੁਹਾਨੂੰ ਕਮ ਸੇ ਕਮ 5 ਤੋਂ 6 ਜਿਹੜੀਆਂ ਇਹ ਹਾਜ਼ਰੀ ਰਿਪੋਰਟ ਜਿਹੜੇ ਓਰੀਜਨਲ 5 ਤੋਂ 6 ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਸਕੂਲ ਦੇ ਵਿੱਚ ਦੇਣੀ ਹੁੰਦੀ, ਇੱਕ ਆਪਣੇ ਕੋਲ ਰੱਖਣੀ ਹੁੰਦੀ, ਇੱਕ ਫਾਈਲ ਦੇ ਵਿੱਚ ਲੱਗੇਗੀ ਤੁਹਾਡੀ। ਇੱਦਾਂ ਕਰਕੇ 5-6 ਦੀ ਜ਼ਰੂਰਤ ਪਏਗੀ। ਤਾਂ ਤੁਹਾਨੂੰ ਲਿੰਕ ਜਿਹੜਾ ਹੈਗਾ PDF ਜਿਹੜੀ ਹੈ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚੋਂ ਮਿਲ ਜਾਏਗੀ, ਉੱਥੋਂ ਜੁਆਇਨ ਕਰੋ। ਇਸ ਦਾ ਪ੍ਰਿੰਟ ਆਊਟ ਲੈ ਲਓ, ਅਤੇ ਬਾਕੀ ਤੁਸੀਂ 5-6 ਜਿਹੜੇ ਇਹਦੇ ਪ੍ਰਿੰਟ ਆਊਟ, ਜਿੰਨੇ ਤੁਸੀਂ ਪ੍ਰਿੰਟ ਆਊਟ ਚਾਹੋ ਉਨੇ ਇਹਦੇ ਪ੍ਰਿੰਟ ਆਊਟ ਨਿਕਲਵਾ ਸਕਦੇ ਹੋ। ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਜਿਹੜੀ ਯੂਜ਼ਫੁਲ ਰਹੀ ਹੋਏਗੀ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ, ਯੂਜ਼ਫੁਲ ਰਹੀ ਹੋਵੇ, ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ।